ਮੇਰੇ ਕੋਲ ਇੱਕ ਸੰਖਿਆ a ਹੈ ਅਤੇ ਮੈਂ ਉਸ ਦੇ ਵਿੱਚ ਦੂਜੀ ਸੰਖਿਆ b ਨੂੰ ਜੋੜਦਾ ਹਾਂ ਤਾਂ ਜੋ ਜੋੜਫਲ ਹੈ ਉਹ c ਦੇ ਬਰਾਬਰ ਹੈ। ਅੱਗੇ ਮੈਂ ਕਹਿੰਦਾ ਹਾਂ ਕਿ ਦੋਨੋਂ ਹੀ ਸੰਖਿਆਵਾਂ a ਅਤੇ b ਅਪਰਿਮੇਯ ਸੰਖਿਆਵਾਂ ਹਨ। ਅਪਰਿਮੇਯ ਸੰਖਿਆਵਾਂ ਹਨ। ਹੁਣ ਇਸ ਸੂਚਨਾ ਦੇ ਆਧਾਰ ਤੇ ਅਸੀਂ ਇਹ ਦੱਸਣਾ ਹੈ ਕਿ ਕੀ ਇਹਨਾਂ ਦੋਨਾਂ ਅਪਰਿਮੇਯ ਸੰਖਿਆਵਾਂ ਦਾ ਜੋੜ ਇੱਕ ਪਰਿਮੇਯ ਸੰਖਿਆ ਹੋਵੇਗਾ ਜਾਂ ਅਪਰਿਮੇਯ ਸੰਖਿਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਪਾਜ਼ ਕਰਕੇ ਆਪ ਇਸ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਦਾ ਆਨਸਰ ਦੇਣ ਦੇ ਵਿੱਚ ਕਾਫੀ ਕਠਿਨਾਈ ਮਹਿਸੂਸ ਹੁੰਦੀ ਹੋਵੇਗੀ ਕਿਉਂਕਿ ਦੋ ਅਪਰਿਮੇਯ ਸੰਖਿਆਵਾਂ ਦਾ ਜੋੜਫਲ ਪਰਿਮੇਯ ਸੰਖਿਆ ਵੀ ਹੋ ਸਕਦਾ ਹੈ ਅਤੇ ਅਪਰਿਮੇਯ ਸੰਖਿਆ ਵੀ। ਮੈਂ ਇਹ ਕਿਉਂ ਕਹਿ ਰਿਹਾ ਹਾਂ, ਆਓ ਤੁਹਾਨੂੰ ਅੱਗੇ ਇਸ ਦੇ ਬਾਰੇ ਵਿੱਚ ਸਮਝਾਉਂਦਾ ਹਾਂ। ਇੱਥੇ ਮੈਂ ਦੋ ਇਸ ਤਰ੍ਹਾਂ ਦੀਆਂ ਅਪਰਿਮੇਯ ਸੰਖਿਆਵਾਂ ਲੈ ਲੈਂਦਾ ਹਾਂ ਜਿਨ੍ਹਾਂ ਦਾ ਜੋੜਫਲ ਪਰਿਮੇਯ ਸੰਖਿਆ ਬਣ ਜਾਂਦਾ ਹੈ। ਇੱਥੇ ਮੈਂ a ਨੂੰ ਲੈ ਲੈਂਦਾ ਹਾਂ ਭਾਈ ਅਤੇ b ਨੂੰ ਲੈ ਲੈਂਦਾ ਹਾਂ 1 ਮਾਈਨਸ ਭਾਈ। ਹੁਣ ਇਹ ਦੋਨੋਂ ਹੀ ਅਪਰਿਮੇਯ ਸੰਖਿਆਵਾਂ ਹਨ। ਹੁਣ ਇਹਨਾਂ ਦਾ ਜੋੜ ਕਰਦੇ ਹਾਂ। ਮੈਂ ਇੱਥੇ ਭਾਈ ਵਿੱਚ ਪਲੱਸ ਕਰ ਦਿੰਦਾ ਹਾਂ ਦੂਜੀ ਅਪਰਿਮੇਯ ਸੰਖਿਆ 1 ਮਾਈਨਸ ਭਾਈ। ਹੁਣ ਇਹਨਾਂ ਦਾ ਜੋੜਫਲ ਦੇਖਦੇ ਹਾਂ ਕੀ ਬਣਦਾ ਹੈ। ਹੁਣ ਜਦੋਂ ਮੈਂ ਇਹਨਾਂ ਦੋਨਾਂ ਅਪਰਿਮੇਯ ਸੰਖਿਆਵਾਂ ਨੂੰ ਜੋੜਦਾ ਹਾਂ ਤਾਂ ਇਹਨਾਂ ਦਾ ਜੋੜਫਲ 1 ਆ ਜਾਂਦਾ ਹੈ। ਇਹ ਸਾਡੇ ਕੋਲ ਬਰਾਬਰ ਆ ਜਾਂਦਾ ਹੈ 1, ਜੋ ਕਿ ਇੱਕ ਪਰਿਮੇਯ ਸੰਖਿਆ ਹੈ। ਪਰਿਮੇਯ ਸੰਖਿਆ ਹੈ। ਇੱਥੇ ਮੈਂ 1 ਦੀ ਥਾਂ ਤੇ 1/2 ਜਾਂ ਹੋਰ ਵੀ ਕੋਈ ਪਰਿਮੇਯ ਸੰਖਿਆ ਲੈ ਸਕਦਾ ਹਾਂ। ਹੁਣ ਇਸ ਟ੍ਰਿਕ ਦੀ ਵਰਤੋਂ ਕਰਕੇ ਕੁਝ ਹੋਰ ਅਪਰਿਮੇਯ ਸੰਖਿਆਵਾਂ ਦਾ ਜੋੜ ਕਰਕੇ ਦੇਖਦੇ ਹਾਂ। ਇੱਥੇ ਮੈਂ ਇੱਕ ਅਪਰਿਮੇਯ ਸੰਖਿਆ ਲੈ ਲੈਂਦਾ ਹਾਂ ਵਰਗਮੂਲ 2 ਅਤੇ ਇਸ ਦੇ ਵਿੱਚ ਜੋੜ ਦਿੰਦਾ ਹਾਂ ਦੂਜੀ ਅਪਰਿਮੇਯ ਸੰਖਿਆ 1 ਮਾਈਨਸ ਵਰਗਮੂਲ 2। ਹੁਣ ਇੱਥੇ ਵੀ ਜਦੋਂ ਇਹਨਾਂ ਦੋਨਾਂ ਅਪਰਿਮੇਯ ਸੰਖਿਆਵਾਂ ਦਾ ਜੋੜ ਕਰਾਂਗੇ ਤਾਂ ਉਸ ਦਾ ਜੋੜਫਲ 1 ਆ ਜਾਵੇਗਾ, ਜੋ ਕਿ ਇੱਕ ਪਰਿਮੇਯ ਸੰਖਿਆ ਹੁੰਦੀ ਹੈ। ਆਓ ਹੁਣ ਕੁਝ ਇਸ ਤਰ੍ਹਾਂ ਦੀਆਂ ਦੋ ਅਪਰਿਮੇਯ ਸੰਖਿਆਵਾਂ ਲੈਂਦੇ ਹਾਂ ਜਿਨ੍ਹਾਂ ਦਾ ਜੋੜਫਲ ਅਪਰਿਮੇਯ ਸੰਖਿਆ ਹੁੰਦਾ ਹੈ। ਇੱਥੇ ਮੈਂ ਇੱਕ ਅਪਰਿਮੇਯ ਸੰਖਿਆ ਲੈਂਦਾ ਹਾਂ ਪਾਈ ਅਤੇ ਉਸ ਦੇ ਵਿੱਚ ਜੋੜ ਦਿੰਦਾ ਹਾਂ ਦੂਜੀ ਅਪਰਿਮੇਯ ਸੰਖਿਆ, ਉਹ ਵੀ ਮੈਂ ਪਾਈ ਲੈ ਲੈਂਦਾ ਹਾਂ। ਹੁਣ ਜਦੋਂ ਪਾਈ ਦੇ ਵਿੱਚ ਮੈਂ ਪਾਈ ਨੂੰ ਜੋੜਦਾ ਹਾਂ ਤਾਂ ਮੇਰੇ ਕੋਲ ਜੋੜਫਲ ਬਣ ਜਾਂਦਾ ਹੈ 2 ਪਾਈ। ਹੁਣ 2 ਪਾਈ ਇੱਕ ਅਪਰਿਮੇਯ ਸੰਖਿਆ ਹੈ। ਅਪਰਿਮੇਯ ਸੰਖਿਆ ਹੈ। ਇਸੇ ਤਰ੍ਹਾਂ ਹੀ ਅਸੀਂ ਅੱਗੇ ਇੱਕ ਹੋਰ ਉਦਾਹਰਣ ਲੈ ਲੈਂਦੇ ਹਾਂ। ਇੱਥੇ ਮੈਂ ਲੈ ਲੈਂਦਾ ਹਾਂ ਭਾਈ, ਭਾਈ ਦੇ ਵਿੱਚ ਜੋੜ ਦਿੰਦਾ ਹਾਂ ਇੱਕ ਹੋਰ ਅਪਰਿਮੇਯ ਸੰਖਿਆ ਵਰਗਮੂਲ 2। ਹੁਣ ਜਦੋਂ ਮੈਂ ਇਹਨਾਂ ਦਾ ਜੋੜ ਕਰਦਾ ਹਾਂ ਤਾਂ ਇਹ ਮੇਰੇ ਕੋਲ ਪ੍ਰਾਪਤ ਹੁੰਦਾ ਹੈ ਭਾਈ ਪਲੱਸ ਵਰਗਮੂਲ 2। ਹੁਣ ਇਹ ਦੋਨੋਂ ਹੀ ਅਪਰਿਮੇਯ ਸੰਖਿਆਵਾਂ ਹਨ। ਜੋ ਵੀ ਇਹਨਾਂ ਦਾ ਮੁੱਲ ਹੋਏਗਾ ਉਹਨਾਂ ਨੂੰ ਜੋੜਨ ਤੋਂ ਬਾਅਦ ਜੋ ਸਾਡੇ ਕੋਲ ਸੰਖਿਆ ਬਣੇਗੀ ਉਹ ਵੀ ਇੱਕ ਅਪਰਿਮੇਯ ਸੰਖਿਆ ਹੀ ਬਣੇਗੀ। ਹੁਣ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਦੋ ਅਪਰਿਮੇਯ ਸੰਖਿਆਵਾਂ ਦਾ ਜੋੜਫਲ ਪਰਿਮੇਯ ਸੰਖਿਆ ਵੀ ਹੋ ਸਕਦਾ ਹੈ ਅਤੇ ਅਪਰਿਮੇਯ ਸੰਖਿਆ ਵੀ। ਇਹਨਾਂ ਦੋਨਾਂ ਅਪਰਿਮੇਯ ਸੰਖਿਆਵਾਂ ਤੇ ਹੀ ਡਿਪੈਂਡ ਕਰਦਾ ਹੈ। ਆਓ ਹੁਣ ਇਹਨਾਂ ਦੇ ਗੁਣਨਫਲ ਦੇ ਉੱਪਰ ਵਿਚਾਰ ਕਰਦੇ ਹਾਂ। ਇੱਥੇ ਮੇਰੇ ਕੋਲ ਇੱਕ ਸੰਖਿਆ a ਹੈ, ਉਸ ਨੂੰ ਮੈਂ ਦੂਜੀ ਸੰਖਿਆ ਅਪਰਿਮੇਯ ਸੰਖਿਆ b ਦੇ ਨਾਲ ਗੁਣਾ ਕਰਦਾ ਹਾਂ ਤੇ ਜੋ ਮੇਰੇ ਕੋਲ ਗੁਣਨਫਲ ਆਉਂਦਾ ਹੈ ਉਹ c ਦੇ ਬਰਾਬਰ ਹੈ। ਇੱਥੇ ਵੀ ਇਹ ਦੋਨੋਂ ਹੀ ਸੰਖਿਆਵਾਂ ਹਨ, ਇਹ ਦੋਨੋਂ ਹੀ ਅਪਰਿਮੇਯ ਸੰਖਿਆਵਾਂ ਹਨ। ਅਪਰਿਮੇਯ ਸੰਖਿਆਵਾਂ ਹਨ। ਹੁਣ ਇੱਥੇ ਵੀ ਅਸੀਂ ਦੇਖਣਾ ਹੈ ਕਿ ਕੀ ਇਹਨਾਂ ਦੋਨਾਂ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ ਇੱਕ ਪਰਿਮੇਯ ਸੰਖਿਆ ਹੁੰਦਾ ਹੈ ਜਾਂ ਕਿ ਅਪਰਿਮੇਯ ਸੰਖਿਆ। ਹੁਣ ਇੱਥੇ ਪਹਿਲਾਂ ਮੈਂ ਦੋ ਇਸ ਤਰ੍ਹਾਂ ਦੀਆਂ ਅਪਰਿਮੇਯ ਸੰਖਿਆਵਾਂ ਲੈਂਦਾ ਹਾਂ ਜਿਨ੍ਹਾਂ ਦਾ ਗੁਣਨਫਲ ਇੱਕ ਪਰਿਮੇਯ ਸੰਖਿਆ ਬਣ ਜਾਵੇ। ਇੱਥੇ ਮੈਂ ਪਹਿਲੀ ਸੰਖਿਆ ਲੈਂਦਾ ਹਾਂ 1/ਪਾਈ ਅਤੇ ਇਸ ਨੂੰ ਗੁਣਾ ਕਰ ਦਿੰਦਾ ਹਾਂ ਦੂਜੀ ਅਪਰਿਮੇਯ ਸੰਖਿਆ ਪਾਈ ਦੇ ਨਾਲ। ਹੁਣ ਜਦੋਂ 1/ਪਾਈ ਨੂੰ ਮੈਂ ਗੁਣਾ ਕਰਦਾ ਹਾਂ ਪਾਈ ਦੇ ਨਾਲ ਤਾਂ ਜੋ ਗੁਣਨਫਲ ਹੈ ਉਹ ਮੇਰੇ ਕੋਲ ਬਣ ਜਾਂਦਾ ਹੈ 1 ਦੇ ਬਰਾਬਰ। ਹੁਣ ਜੋ 1 ਹੈ ਇਹ ਸਾਡੇ ਕੋਲ ਇੱਕ
ਪਰਿਮੇਯ ਸੰਖਿਆ ਹੈ। ਇਹ ਇੱਕ ਸਾਡੇ ਕੋਲ ਪਰਿਮੇਯ ਸੰਖਿਆ ਹੈ। ਇਸੇ ਤਰ੍ਹਾਂ ਹੀ ਹੁਣ ਮੈਂ ਦੋ ਇਸ ਤਰ੍ਹਾਂ ਦੀਆਂ ਅਪਰਿਮੇਯ ਸੰਖਿਆਵਾਂ ਲੈਂਦਾ ਹਾਂ ਜਿਨ੍ਹਾਂ ਦਾ ਗੁਣਨਫਲ ਅਪਰਿਮੇਯ ਸੰਖਿਆ ਬਣ ਜਾਂਦਾ ਹੈ। ਇੱਥੇ ਮੈਂ ਪਾਈ ਨੂੰ ਗੁਣਾ ਕਰਦਾ ਹਾਂ ਇੱਕ ਦੂਜੀ ਅਪਰਿਮੇਯ ਸੰਖਿਆ, ਉਹ ਵੀ ਮੈਂ ਲੈ ਲੈਂਦਾ ਹਾਂ ਪਾਈ। ਹੁਣ ਜਦੋਂ ਮੈਂ ਇਹਨਾਂ ਨੂੰ ਗੁਣਾ ਕਰਦਾ ਹਾਂ ਤਾਂ ਇਹਨਾਂ ਦਾ ਗੁਣਨਫਲ ਆ ਜਾਂਦਾ ਹੈ ਪਾਈ ਦੀ ਘਾਤ 2। ਹੁਣ ਪਾਈ ਦੀ ਘਾਤ 2 ਦਾ ਜੋ ਵੀ ਮੁੱਲ ਹੋਏਗਾ ਉਹ ਇੱਕ ਅਪਰਿਮੇਯ ਸੰਖਿਆ ਹੋਏਗਾ। ਅਪਰਿਮੇਯ ਸੰਖਿਆ ਹੋਏਗਾ। ਹੁਣ ਇੱਥੇ ਮੈਂ ਦੋਨੋਂ ਹੀ ਜੋ ਅਪਰਿਮੇਯ ਸੰਖਿਆਵਾਂ ਲਈਆਂ ਹਨ ਉਹ ਸੇਮ ਲਈਆਂ ਹਨ, ਤਾਂ ਇਸ ਤੋਂ ਮਤਲਬ ਇਹ ਨਹੀਂ ਲੈ ਲੈਣਾ ਕਿ ਜਦੋਂ ਵੀ ਦੋ ਸੇਮ ਅਪਰਿਮੇਯ ਸੰਖਿਆਵਾਂ ਹੋਵੇ ਤਾਂ ਉਹਨਾਂ ਦਾ ਗੁਣਨਫਲ ਅਪਰਿਮੇਯ ਸੰਖਿਆ ਬਣਦਾ ਹੈ। ਆਓ ਮੈਂ ਅੱਗੇ ਉਦਾਹਰਣ ਲੈ ਕੇ ਇਸ ਨੂੰ ਸਮਝਾ ਦਿੰਦਾ ਹਾਂ। ਮੇਰੇ ਕੋਲ ਇੱਕ ਅਪਰਿਮੇਯ ਸੰਖਿਆ ਵਰਗਮੂਲ 2 ਅਤੇ ਇਸ ਨੂੰ ਮੈਂ ਗੁਣਾ ਕਰਦਾ ਹਾਂ ਦੂਜੀ ਅਪਰਿਮੇਯ ਸੰਖਿਆ ਵਰਗਮੂਲ 2 ਦੇ ਨਾਲ। ਹੁਣ ਇੱਥੇ ਮੈਂ ਦੋਨੋਂ ਹੀ ਅਪਰਿਮੇਯ ਸੰਖਿਆਵਾਂ ਸੇਮ ਲਈਆਂ ਹਨ, ਪਰ ਜਦੋਂ ਮੈਂ ਇਹਨਾਂ ਦਾ ਗੁਣਾ ਕਰਦਾ ਹਾਂ ਤਾਂ ਇਹਨਾਂ ਦਾ ਜੋ ਗੁਣਨਫਲ ਹੈ ਉਹ ਹੁੰਦਾ ਹੈ 2 ਦੇ ਬਰਾਬਰ। 2 ਜੋ ਕਿ ਇੱਕ ਪਰਿਮੇਯ ਸੰਖਿਆ ਹੈ। ਇੱਕ ਪਰਿਮੇਯ ਸੰਖਿਆ ਹੈ। ਪਰਿਮੇਯ ਸੰਖਿਆ ਹੈ। ਹੁਣ ਇੱਥੋਂ ਸਾਨੂੰ ਕਲੀਅਰ ਹੋ ਗਿਆ ਕਿ ਦੋ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ ਇੱਕ ਪਰਿਮੇਯ ਸੰਖਿਆ ਵੀ ਹੋ ਸਕਦਾ ਹੈ ਅਤੇ ਅਪਰਿਮੇਯ ਸੰਖਿਆ ਵੀ ਹੋ ਸਕਦਾ ਹੈ। ਇਹ ਇਹਨਾਂ ਦੋਨਾਂ ਅਪਰਿਮੇਯ ਸੰਖਿਆਵਾਂ 'ਤੇ ਹੀ ਡਿਪੈਂਡ ਕਰਦਾ ਹੈ।